ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰ ਰਾਏ ਜੀ ਸਿੱਖਾਂ ਦੇ 7ਵੇਂ ਗੁਰੂ ਸਨ। ਉਹਨਾਂ ਦੇ ਗੁਰੂ ਕਾਲ ਨੂੰ ਸਿੱਖ ਪੰਥ ਦਾ ਸ਼ਾਂਤੀ ਕਾਲ ਕਿਹਾ ਜਾ ਸਕਦਾ ਹੈ। ਗੁਰੂ ਹਰ ਰਾਏ ਜੀ ਦੇ ਆਰੰਭਿਕ ਜੀਵਨ ਅਤੇ ਉਹਨਾਂ ਦੇ ਸਿੱਖ ਪੰਥ ਦੇ ਵਿਕਾਸ ਦਾ ਸੰਖੇਪ ਵਰਣਨ ਅਸੀਂ ਅੱਜ ਦੀ ਵੀਡੀਓ ਵਿੱਚ ਕਰਾਂਗੇ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਵੀ ਜਾਣਕਾਰੀ ਸਾਂਝੀ ਕਰ ਸਕੀਏ ਅਤੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ। ਤਾਂ ਆਓ ਸ਼ੁਰੂ ਕਰਦੇ ਹਾਂ। ਧੰਨ ਧੰਨ ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ 5 ਪੁੱਤਰ ਅਤੇ ਇੱਕ ਬੇਟੀ ਸੀ, ਜਿਨ੍ਹਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ ਅਤੇ ਬਾਬਾ ਤਿਆਗਮਲ ਜੀ ਸੀ। ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਬਾਬਾ ਤਿਆਗਮਲ ਜੀ ਸੀ। ਗੁਰੂ ਹਰ ਰਾਏ ਜੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਅਤੇ ਧੀਰਮਲ ਦੇ ਭਰਾ ਸਨ। ਗੁਰੂ ਹਰ ਰਾਏ ਜੀ ਦਾ ਜਨਮ 30 ਜਨਵਰੀ 1630 ਈਸਵੀ ਨੂੰ ਦਿਨ ਐਤਵਾਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਜਿਸ ਸਮੇਂ ਆਪ ਦਾ ਜਨਮ ਹੋਇਆ, ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ ਅੰਮ੍ਰਿਤਸਰ ਹੀ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਮੇਂ ਬਚਨ ਕੀਤੇ ਕਿ ਵੱਡੀ ਚੀਜ਼ ਦਾ ਗਾਹਕ ਆਇਆ ਹੈ। ਬਾਲਕ ਦਾ ਤੇਜ ਝੱਲਿਆ ਨਹੀਂ ਸੀ ਜਾਂਦਾ, ਨੂਰ ਡਲਕਾ ਮਾਰਦਾ ਸੀ। ਗੁਰੂ ਹਰਗੋਬਿੰਦ ਸਾਹਿਬ ਆਪ ਦੇ ਪ੍ਰਕਾਸ਼ ਦੀ ਖਬਰ ਪਾਉਂਦੇ ਸਾਰ ਹੀ ਕੀਰਤਪੁਰ ਵੱਲ ਚੱਲ ਪਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਆਪਣੇ ਨਾਲ ਹੀ ਲੈ ਗਏ, ਕਿਉਂਕਿ ਉਹ ਜਾਣਦੇ ਸਨ ਕਿ ਦੋਖੀਆਂ ਦੀ ਅੱਖ ਗੁਰੂ ਗ੍ਰੰਥ ਸਾਹਿਬ ਤੇ ਹੈ। ਕਰਤਾਰਪੁਰ ਬੀੜ ਨੂੰ ਸੁਰੱਖਿਅਤ ਹੱਥਾਂ ਵਿੱਚ ਦੇ ਕੇ ਕੀਰਤਪੁਰ ਵੱਲ ਤੁਰ ਪਏ। ਰਾਹ ਵਿੱਚ ਖੁਸ਼ੀਆਂ ਵੰਡਦੇ ਗਏ, ਦਾਨ ਦਿੰਦੇ ਗਏ। ਬਾਲਕ ਨੂੰ ਗੋਦ ਵਿੱਚ ਲੈ ਕੇ ਕਿਤਨੇ ਹੀ ਵਰ ਦਿੱਤੇ ਅਤੇ ਨਾਮ ਹਰ ਰਾਏ ਰੱਖਿਆ ਅਤੇ ਫਰਮਾਇਆ ਕਿ ਧਰਤੀ ਦਾ ਭਾਰ ਹੌਲਾ ਕਰਨ ਲਈ ਇਹ ਸੰਸਾਰ ਤੇ ਆਏ ਹਨ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਅਤੇ ਗੁਰੂ ਹਰ ਰਾਏ ਜੀ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਮਾਤਾ ਨਿਹਾਲ ਕੌਰ ਜੀ ਦੇ ਨਾਲ ਬੜੇ ਚਾਵਾਂ ਨਾਲ ਹੋਇਆ ਸੀ। ਬਾਬਾ ਗੁਰਦਿੱਤਾ ਜੀ ਦੀ ਬਰਾਤ ਵੀ ਬਟਾਲੇ ਹੀ ਗਈ। ਆਪ ਦਾ ਮੂੰਹ ਮਹਾਂਦਰਾ ਗੁਰੂ ਨਾਨਕ ਦੇਵ ਜੀ ਨਾਲ ਮਿਲਦਾ ਸੀ। ਗੁਰੂ ਨਾਨਕ ਦੇਵ ਜੀ ਦੀ ਬਰਾਤ ਵੀ ਬਟਾਲੇ ਹੀ ਗਈ ਸੀ। ਬਾਬਾ ਗੁਰਦਿੱਤਾ ਜੀ ਵੀ ਬਟਾਲੇ ਹੀ ਭਾਈ ਰਾਮੇ ਦੇ ਘਰ ਟੁਕੇ ਸਨ। ਰਾਮਾ ਜੀ ਆਪ ਵੀ ਕਰਨੀ ਵਾਲੇ ਸਿੱਖ ਤੇ ਕਈ ਸਿੱਧੀਆਂ ਦੇ ਮਾਲਕ ਸਨ। ਇਹਨਾਂ ਦੀ ਲੜਕੀ ਅਨੰਤੀ, ਜਿਸ ਨੂੰ ਸਹੁਰੇ ਘਰ ਨਿਹਾਲ ਕੌਰ ਦਾ ਨਾਮ ਦਿੱਤਾ ਗਿਆ, ਬਾਬਾ ਗੁਰਦਿੱਤਾ ਜੀ ਦਾ ਆਪ ਜੀ ਦੇ ਨਾਲ ਵਿਆਹ ਹੋਇਆ। ਕਹਿੰਦੇ ਹਨ ਕਿ ਇੱਕ ਦਿਨ ਬਾਬਾ ਗੁਰਦਿੱਤਾ ਜੀ ਸਵੇਰੇ ਹੀ ਸ਼ਿਕਾਰ ਖੇਡਣ ਚੱਲ ਪਏ। ਬਾਬਾ ਗੁਰਦਿੱਤਾ ਜੀ ਦੇ ਇੱਕ ਸ਼ਿਕਾਰੀ ਨੇ ਹਿਰਨ ਦੇ ਭੁਲੇਖੇ ਇੱਕ ਗਊ ਨੂੰ ਮਾਰ ਦਿੱਤਾ। ਗਊ ਦੇ ਮਾਲਕ ਪਹਾੜੀਏ ਨੂੰ ਜਦ ਪਤਾ ਲੱਗਾ ਤਾਂ ਪਹਾੜੀਆਂ ਨੇ ਸ਼ਿਕਾਰੀ ਨੂੰ ਫੜ ਕੇ ਕਿਹਾ ਕਿ ਅਸੀਂ ਆਪਣੀ ਗਊ ਲੈ ਕੇ ਹੀ ਇਸ ਨੂੰ ਛੱਡਾਂਗੇ। ਜਦ ਇਸ ਦਾ ਰੌਲਾ ਬਾਬਾ ਗੁਰਦਿੱਤਾ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਹਾੜੀਆਂ ਨੂੰ ਕਿਹਾ ਕਿ ਇਸਨੇ ਗਊ ਜਾਣਬੁੱਝ ਕੇ ਨਹੀਂ ਮਾਰੀ, ਅਚਾਨਕ ਹੀ ਹਿਰਨ ਦੇ ਭੁਲੇਖੇ ਮਰ ਗਈ ਹੈ, ਇਸ ਨੂੰ ਛੱਡ ਦਿਓ, ਮਰੀ ਹੋਈ ਜਿਉ ਨਹੀਂ ਸਕਦੀ। ਪਰ ਪਹਾੜੀਆਂ ਨੇ ਕਿਹਾ ਕਿ ਆਪ ਗੁਰੂ ਜੀ ਦੇ ਪੁੱਤਰ ਕਲਾਵਾਨ ਹੋ, ਤੁਸੀਂ ਇਸ ਗਊ ਨੂੰ ਜਿਵਾ ਕੇ ਆਪਣੇ ਨੌਕਰ ਨੂੰ ਛਡਵਾ ਲਵੋ। ਇਹ ਝਗੜਾ ਸੁਣ ਕੇ ਬਾਬਾ ਜੀ ਨੇ ਵਿਚਾਰਿਆ ਕਿ ਭਾਵੇਂ ਕਰਾਮਾਤ ਵਿਖਾਉਣੀ ਗੁਰੂ ਘਰ ਦੇ ਵਿਰੁੱਧ ਹੈ, ਪਰ ਇਸ ਸਮੇਂ ਸਾਡੇ ਨੌਕਰ ਦਾ ਨਾਮ ਕਿਸੇ ਨੇ ਨਹੀਂ ਲੈਣਾ। ਸਾਰੇ ਇਹੀ ਕਹਿਣਗੇ ਕਿ ਗੁਰੂ ਜੀ ਦੇ ਪੁੱਤਰ ਨੇ ਗਊ ਨੂੰ ਮਾਰ ਕੇ ਮਹਾਪਾਪ ਕੀਤਾ ਹੈ, ਇਸ ਨਾਲ ਸਾਡਾ ਅਪਜਸ ਹੋਵੇਗਾ। ਇਹ ਵਿਚਾਰ ਕੇ ਬਾਬਾ ਜੀ ਨੇ ਨਿੰਮ ਦੀ ਬ੍ਰਿਸ਼ ਦੀ ਇੱਕ ਛੜੀ ਫੜ ਕੇ ਗਊ ਨੂੰ ਲਾ ਕੇ ਆਖਿਆ ਕਿ ਹੇ ਗਊ ਮਾਤਾ, ਨੀਂਦ ਨੂੰ ਤਿਆਗ ਕੇ ਪਹਿਲੇ ਵਾਂਗ ਘਾਹ ਪੱਠਾ ਖਾਓ। ਬਾਬਾ ਜੀ ਦੇ ਇਸ ਬਚਨ ਨਾਲ ਗਊ ਉੱਠ ਖੜੀ ਹੋਈ ਅਤੇ ਘਾਹ ਚੁਗਣ ਲੱਗ ਪਈ। ਉਪਰੰਤ ਜਦ ਇਸ ਗੱਲ ਦਾ ਪਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੱਗਾ ਤਾਂ ਆਪ ਜੀ ਨੇ ਸ੍ਰੀ ਗੁਰਦਿੱਤਾ ਜੀ ਨੂੰ ਕਿਹਾ ਕਿ ਤੁਸਾਂ ਸ੍ਰੀ ਅਟਲ ਰਾਏ ਵਾਂਗ ਹੀ ਅਜੋਗ ਕੰਮ ਕੀਤਾ ਹੈ। ਸ਼ਾਹਾਂ ਪਾਤਸ਼ਾਹਾਂ ਸਭ ਨੇ ਮਰਨਾ ਹੈ, ਕਿਸ ਕਿਸ ਨੂੰ ਜਿਵਾਓਗੇ? ਜੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਤਾਂ ਅਸੀਂ ਪ੍ਰਾਣ ਤਿਆਗ ਦਿੰਦੇ ਹਾਂ। ਗੁਰੂ ਪਿਤਾ ਜੀ ਦੇ ਇਹ ਬਚਨ ਸੁਣ ਕੇ ਗੁਰਦਿੱਤਾ ਜੀ ਨੇ ਕਿਹਾ, ਮਹਾਰਾਜ ਆਪ ਜੀ ਦੇ ਹੁਕਮ ਨੂੰ ਮੰਨਣਾ ਹੀ ਯੋਗ ਹੈ, ਇਸ ਵਿੱਚ ਹੀ ਸਾਡਾ ਭਲਾ ਹੈ। ਉਪਰੰਤ ਸ੍ਰੀ ਗੁਰਦਿੱਤਾ ਜੀ ਨੇ ਗੁਰੂ ਪਿਤਾ ਦੀਆਂ 3 ਪ੍ਰਕਰਮਾਂ ਕਰਕੇ ਚਰਨਾਂ ਤੇ ਮੱਥਾ ਟੇਕਿਆ ਤੇ ਚੁੱਪ ਕਰਕੇ ਬਾਹਰ ਨਿਕਲ ਗਏ। ਬਾਬਾ ਬੁੱਢਨ ਸ਼ਾਹ ਜੀ ਦੇ ਅਸਥਾਨ ਦੇ ਨੇੜੇ ਪਹਾੜੀ ਉੱਤੇ ਚਲੇ ਗਏ ਅਤੇ ਆਪਣੇ ਹੱਥ ਵਾਲੀ ਨਿੰਮ ਦੀ ਛੜੀ ਧਰਤੀ ਵਿੱਚ ਗੱਡ ਕੇ ਆਸਣ ਉੱਤੇ ਬੈਠ ਗਏ। ਆਪਣੀ ਬਿਰਤੀ ਨੂੰ ਇਕਾਗਰ ਕਰਕੇ ਬਾਬਾ ਜੀ ਯੋਗ ਅਭਿਆਸ ਦੁਆਰਾ ਆਪਣੇ ਸਰੀਰ ਨੂੰ ਤਿਆਗ ਕੇ ਸੱਚਖੰਡ ਜਾ ਬਰਾਜੇ। ਜਦ ਇਸ ਗੱਲ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਸਿੱਖ ਸੇਵਕਾਂ ਨਾਲ ਪਹਾੜੀ ਉੱਤੇ ਗਏ ਅਤੇ ਇਹ ਵੇਖ ਕੇ ਸ੍ਰੀ ਗੁਰਦਿੱਤਾ ਜੀ ਸਰੀਰ ਤਿਆਗ ਗਏ ਹਨ, ਸਭ ਨੂੰ ਧੀਰਜ ਦਿੱਤਾ ਅਤੇ ਚੰਦਨ ਚਿਖਾ ਤਿਆਰ ਕਰਵਾ ਕੇ ਉੱਥੇ ਹੀ ਸੰਸਕਾਰ ਕਰ ਦਿੱਤਾ। ਨਿੰਮ ਦੀ ਛੜੀ ਜਿਹੜੀ ਬਾਬਾ ਜੀ ਨੇ ਧਰਤੀ ਵਿੱਚ ਗੱਡੀ ਸੀ, ਉਸ ਪ੍ਰਥਾਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਕਿ ਇਹ ਇੱਕ ਬੜਾ ਭਾਰੀ ਨਿੰਮ ਦਾ ਬ੍ਰਿਸ਼ ਹੋਵੇਗਾ ਅਤੇ ਜਿਹੜਾ ਕੋਈ ਸ੍ਰੀ ਗੁਰਦਿੱਤਾ ਜੀ ਦੇ ਇਸ ਅਸਥਾਨ ਤੇ ਦਰਸ਼ਨ ਕਰੇਗਾ ਉਸ ਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਬਾਬਾ ਗੁਰਦਿੱਤਾ ਜੀ ਦੇ 13ਵੇਂ ਵਾਲੇ ਦਿਨ ਦਸਤਾਰਬੰਦੀ ਸਮੇਂ
ਆਪ ਜੀ ਦੇ ਵੱਡੇ ਸੁਪੁੱਤਰ ਧੀਰਮਲ ਕਰਤਾਰਪੁਰ ਤੋਂ ਨਾ ਆਏ। ਗੁਰੂ ਜੀ ਨੇ ਆਪਣੇ ਸਨਬੰਦੀਆਂ ਅਤੇ ਭਾਈ ਭਾਨਾ ਆਦਿ ਗੁਰਸਿੱਖਾਂ ਨਾਲ ਸਲਾਹ ਕਰਕੇ ਬਾਬਾ ਜੀ ਦੇ ਛੋਟੇ ਸੁਪੁੱਤਰ ਸ਼੍ਰੀ ਹਰਿ ਰਾਏ ਜੀ ਨੂੰ ਹਰ ਪ੍ਰਕਾਰ ਯੋਗ ਜਾਣ ਕੇ ਦਸਤਾਰਬੰਦੀ ਕਰਕੇ ਬਾਬਾ ਗੁਰਦਿੱਤਾ ਜੀ ਦਾ ਜਾਨਸ਼ੀਨ ਨਿਯਤ ਕਰ ਦਿੱਤਾ। ਹੋਲੀਆਂ ਦੀ ਪੂਰਨਮਾਸ਼ੀ ਪਿੱਛੋਂ ਦੂਜ ਵਾਲੇ ਦਿਨ 8 ਮਾਰਚ 1645 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੇਵਾਦਾਰਾਂ ਨੂੰ ਆਗਿਆ ਕੀਤੀ ਕਿ ਦੀਵਾਨ ਵਾਲੇ ਸਥਾਨ ਤੇ ਇੱਕ ਉੱਚਾ ਥੜਾ ਤਿਆਰ ਕਰਕੇ ਇੱਕ ਵੱਡੇ ਦੀਵਾਨ ਵਾਸਤੇ ਦਰੀਆਂ ਵਿਛਾ ਦਿਓ ਅਤੇ ਉੱਪਰ ਚਾਨਣੀਆਂ ਤਾਣ ਦਿਓ। ਉਪਰੰਤ ਸਭ ਸੰਗਤਾਂ ਨੂੰ ਦੀਵਾਨ ਵਿੱਚ ਸੱਦ ਕੇ ਬਿਠਾ ਦਿਓ। ਆਪ ਜੀ ਦੀ ਆਗਿਆ ਅਨੁਸਾਰ ਜਦ ਸਭ ਕੁਝ ਠੀਕ ਹੋ ਕੇ ਦੀਵਾਨ ਸੱਜ ਗਿਆ ਤਾਂ ਗੁਰੂ ਜੀ ਆਪਣੇ 3 ਸਾਹਿਬਜ਼ਾਦਿਆਂ ਸ਼੍ਰੀ ਸੂਰਜਮਲ ਜੀ, ਅਨੀ ਰਾਏ ਜੀ ਅਤੇ ਤੇਗ ਬਹਾਦਰ ਅਤੇ ਪੋਤਰੇ ਸ਼੍ਰੀ ਹਰਿ ਰਾਏ ਜੀ ਸਹਿਤ ਆਣ ਕੇ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੋ ਗਏ। ਰਬਾਬੀਆਂ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਕੇ ਆ ਗਈ। ਕੀਰਤਨ ਦੇ ਭੋਗ ਉਪਰੰਤ ਗੁਰੂ ਜੀ ਆਪਣੇ ਆਸਣ ਤੋਂ ਉੱਠ ਕੇ ਸ਼੍ਰੀ ਹਰਿ ਰਾਏ ਜੀ ਨੂੰ ਆਪਣੀ ਜਗ੍ਹਾ ਬਿਠਾ ਦਿੱਤਾ ਅਤੇ 5 ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਪਰਿਕਰਮਾ ਕਰਕੇ ਮੱਥਾ ਟੇਕਿਆ ਅਤੇ ਭਾਈ ਭਾਨਾ ਜੀ ਨੂੰ ਆਗਿਆ ਕੀਤੀ ਕਿ ਅੱਜ ਤੋਂ ਇਹ ਸਾਡਾ ਰੂਪ ਹਨ, ਇਹਨਾਂ ਨੂੰ ਗੁਰਿਆਈ ਦੇ ਦਿਓ। ਭਾਈ ਭਾਨੇ ਨੇ ਜਦ ਤਿਲਕ ਲਗਾ ਦਿੱਤਾ ਤਾਂ ਸਭ ਗੁਰਸਿੱਖਾਂ ਨੇ ਵਾਰੀ-ਵਾਰੀ ਉੱਠ ਕੇ ਸ਼੍ਰੀ ਹਰਿ ਰਾਏ ਜੀ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ। ਜਦ ਇਸ ਗੱਲ ਦੀ ਖਬਰ ਮਾਤਾ ਮਰਵਾਈ ਜੀ ਨੂੰ ਹੋਈ ਤਾਂ ਆਪ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਪੁੱਤਰ ਸੂਰਜਮਲ ਵਿੱਚ ਕੀ ਦੋਸ਼ ਹੈ ਜਿਸ ਕਰਕੇ ਤੁਸੀਂ ਉਹਨਾਂ ਨੂੰ ਛੱਡ ਕੇ ਗੁਰਿਆਈ ਪੋਤਰੇ ਨੂੰ ਦੇ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਕਿ ਚਿੰਤਾ ਨਾ ਕਰੋ, ਇਹਨਾਂ ਨੂੰ ਕੋਈ ਪਰਵਾਹ ਨਹੀਂ ਰਹੇਗੀ, ਸਭ ਕੁਝ ਪ੍ਰਾਪਤ ਹੋਵੇਗਾ। ਜਦ ਗੁਰੂ ਜੀ ਦੇ ਬਚਨਾਂ ਨਾਲ ਮਾਤਾ ਮਰਵਾਹੀ ਜੀ ਦੀ ਤਸੱਲੀ ਨਾ ਹੋਈ ਤਾਂ ਗੁਰੂ ਜੀ ਨੇ ਸੂਰਜਮਲ ਨੂੰ ਸੱਦ ਕੇ ਪੁੱਛਿਆ ਕਿ ਕੀ ਤੂੰ ਗੁਰਿਆਈ ਲੈ ਕੇ ਗੁਰੂ ਬਣਨਾ ਚਾਹੁੰਦਾ ਹੈ? ਤਾਂ ਸੂਰਜਮਲ ਨੇ ਕਿਹਾ ਕਿ ਮਹਾਰਾਜ, ਮੈਂ ਗੁਰੂ ਨਹੀਂ ਬਣਨਾ ਚਾਹੁੰਦਾ, ਮੈਂ ਗੁਰੂ ਘਰ ਦੀ ਸਿੱਖੀ ਚਾਹੁੰਦਾ ਹਾਂ। ਸੂਰਜਮਲ ਦੀ ਇਹ ਨਿਮਰਤਾ ਵਾਲੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਸੂਰਜਮਲ, ਤੂੰ ਸਿੱਖੀ ਮੰਗ ਕੇ ਸਭ ਕੁਝ ਲੈ ਲਿਆ ਹੈ, ਤੈਨੂੰ ਸ਼ਾਬਾਸ਼ ਹੈ, ਤੇਰੀ ਬੰਸ ਬਹੁਤ ਵਧੇਗੀ ਫੁੱਲੇਗੀ ਅਤੇ ਗੁਰਤਾ ਵੀ ਪ੍ਰਾਪਤ ਹੋ ਜਾਵੇਗੀ। ਜਦ ਇਹ ਗੱਲ ਸੂਰਜਮਲ ਨੇ ਆਪਣੀ ਮਾਤਾ ਨੂੰ ਦੱਸੀ ਤਾਂ ਮਰਵਾਹੀ ਜੀ ਗੁਰੂ ਜੀ ਦੇ ਬਚਨ ਨੂੰ ਸੁਣ ਕੇ ਪ੍ਰਸੰਨ ਹੋ ਗਏ ਅਤੇ ਕਿਹਾ ਕਿ ਗੁਰੂ ਹਰਗੋਬਿੰਦ ਜੀ ਦੇ ਕੀਤੇ ਹੋਏ ਬਚਨ ਬਿਰਥਾ ਨਹੀਂ ਜਾਂਦੇ। ਗੁਰੂ ਹਰਿ ਰਾਏ ਜੀ ਬਚਪਨ ਤੋਂ ਹੀ ਸੰਤ ਸੁਭਾਅ, ਮਿੱਠ ਬੋਲਰੇ ਅਤੇ ਕੋਮਲ ਹਿਰਦੇ ਦੇ ਮਾਲਕ ਸਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਗੁਰੂ ਹਰਿ ਰਾਏ ਸਾਹਿਬ ਬਾਗ ਵਿੱਚ ਸੈਰ ਕਰ ਰਹੇ ਸਨ ਤਾਂ ਉਹਨਾਂ ਦੇ ਚੋਲੇ ਨਾਲ ਅੜ ਕੇ ਕੁਝ ਫੁੱਲ ਥੱਲੇ ਡਿੱਗ ਪਏ। ਇਹ ਦੇਖ ਕੇ ਆਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਆਪ ਜੀ ਕਿਸੇ ਦਾ ਦੁੱਖ ਸਹਿਣ ਨਹੀਂ ਕਰ ਸਕਦੇ ਸਨ। ਜਦੋਂ ਆਪ ਜੀ 10 ਵਰ੍ਹਿਆਂ ਦੇ ਹੋਏ ਤਾਂ ਆਪ ਜੀ ਦਾ ਵਿਆਹ ਅਨੂਪ ਸ਼ਹਿਰ ਯੂਪੀ ਦੇ ਨਿਵਾਸੀ ਭਾਈ ਦਇਆ ਰਾਮ ਜੀ ਦੀਆਂ ਸੁਪੁੱਤਰੀਆਂ ਬੀਬੀ ਕੋਟ ਕਲਿਆਣੀ ਅਤੇ ਬੀਬੀ ਕ੍ਰਿਸ਼ਨ ਕੌਰ ਜੀ ਦੇ ਨਾਲ ਹੋਇਆ। ਆਪ ਦੇ ਘਰ 2 ਪੁੱਤਰਾਂ ਰਾਮ ਰਾਏ ਅਤੇ ਹਰ ਕ੍ਰਿਸ਼ਨ ਨੇ ਜਨਮ ਲਿਆ। ਗੁਰੂ ਹਰਿ ਰਾਏ ਜੀ 1645 ਈਸਵੀ ਤੋਂ 1661 ਈਸਵੀ ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ। ਆਪ ਨੇ ਸਿੱਖ ਧਰਮ ਦੇ ਪ੍ਰਚਾਰ ਲਈ 3 ਪ੍ਰਸਿੱਧ ਕੇਂਦਰ ਸਥਾਪਿਤ ਕੀਤੇ ਜਿਨ੍ਹਾਂ ਨੂੰ ਬਖਸ਼ਿਸ਼ਾਂ ਕਹਿੰਦੇ ਸਨ। ਪਹਿਲੀ ਬਖਸ਼ਿਸ਼ ਇੱਕ ਭਗਤ ਗੀਰ ਦੀ ਸੀ ਜਿਸ ਦੀ ਭਗਤੀ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਸ ਦਾ ਨਾਮ ਭਗਤ ਭਗਵਾਨ ਰੱਖ ਦਿੱਤਾ। ਉਸ ਨੇ ਪੂਰਬੀ ਭਾਰਤ ਵਿੱਚ ਸਿੱਖੀ ਦੇ ਪ੍ਰਚਾਰ ਦੇ ਬਹੁਤ ਸਾਰੇ ਕੇਂਦਰ ਸਥਾਪਿਤ ਕੀਤੇ ਜਿਨ੍ਹਾਂ ਵਿੱਚੋਂ ਪਟਨਾ, ਬਰੇਲੀ ਅਤੇ ਰਾਜਗੀਰ ਦੇ ਕੇਂਦਰ ਪ੍ਰਸਿੱਧ ਸਨ। ਦੂਸਰੀ ਬਖਸ਼ਿਸ਼ ਸੁਥਰਾ ਸ਼ਾਹ ਦੀ ਸੀ, ਉਸ ਨੂੰ ਸਿੱਖੀ ਦੇ ਪ੍ਰਚਾਰ ਲਈ ਦਿੱਲੀ ਭੇਜਿਆ ਗਿਆ। ਤੀਸਰੀ ਬਖਸ਼ਿਸ਼ ਭਾਈ ਫੇਰੂ ਦੀ ਸੀ, ਉਸ ਨੂੰ ਰਾਜਸਥਾਨ ਭੇਜਿਆ ਗਿਆ। ਇਸੇ ਤਰ੍ਹਾਂ ਭਾਈ ਨੱਥਾ ਜੀ ਨੂੰ ਢਾਕਾ, ਭਾਈ ਜੋਧ ਜੀ ਨੂੰ ਮੁਲਤਾਨ ਭੇਜਿਆ ਗਿਆ ਅਤੇ ਆਪ ਪੰਜਾਬ ਦੀਆਂ ਕਈ ਥਾਵਾਂ ਜਿਵੇਂ ਜਲੰਧਰ, ਕਰਤਾਰਪੁਰ, ਹਕੀਮਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਅੰਬਾਲਾ, ਹਿਸਾਰ ਆਦਿ ਗਏ। ਇੱਕ ਦਿਨ ਕਾਲਾ ਨਾਮੀ ਸ਼ਰਧਾਲੂ ਆਪਣੇ ਭਤੀਜਿਆਂ ਸੰਦਲੀ ਅਤੇ ਫੂਲ ਨੂੰ ਗੁਰੂ ਹਰਿ ਰਾਏ ਜੀ ਦੇ ਦਰਸ਼ਨਾਂ ਲਈ ਲਿਆਇਆ। ਉਹਨਾਂ ਦੀ ਤਰਸਯੋਗ ਹਾਲਤ ਵੇਖ ਕੇ ਗੁਰੂ ਹਰਿ ਰਾਏ ਸਾਹਿਬ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਕਿ ਇੱਕ ਦਿਨ ਉਹ ਬਹੁਤ ਅਮੀਰ ਬਣਨਗੇ। ਗੁਰੂ ਜੀ ਦੀ ਇਹ ਭਵਿੱਖਬਾਣੀ ਸੱਚ ਨਿਕਲੀ। ਫੂਲ ਦੀ ਔਲਾਦ ਨੇ ਫੂਲਕੀਆ ਰਿਆਸਤ ਦੀ ਸਥਾਪਨਾ ਕੀਤੀ। ਗੁਰੂ ਹਰਿ ਰਾਏ ਸਾਹਿਬ ਦੇ ਸਮੇਂ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਸੀ। ਉਹ ਔਰੰਗਜ਼ੇਬ ਦਾ ਵੱਡਾ ਭਰਾ ਸੀ। ਸੱਤਾ ਪ੍ਰਾਪਤ ਕਰਨ ਦੇ ਯਤਨ ਵਿੱਚ ਔਰੰਗਜ਼ੇਬ ਨੇ ਉਸ ਨੂੰ ਜ਼ਹਿਰ ਦੇ ਦਿੱਤਾ। ਇਸ ਕਰਕੇ ਉਹ ਬਹੁਤ ਬਿਮਾਰ ਹੋ ਗਿਆ। ਦਾਰਾ ਨੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਮੰਗਿਆ ਤਾਂ ਗੁਰੂ ਹਰਿ ਰਾਏ ਸਾਹਿਬ ਨੇ ਅਨਮੋਲ ਜੜੀਆਂ ਬੂਟੀਆਂ ਦੇ ਕੇ ਦਾਰਾ ਦਾ ਇਲਾਜ ਕੀਤਾ। ਇਸ ਕਰਕੇ ਉਹ ਗੁਰੂ ਸਾਹਿਬ ਦਾ ਅਹਿਸਾਨਮੰਦ ਹੋ ਗਿਆ। ਉਹ ਅਕਸਰ ਉਹਨਾਂ ਦੇ ਦਰਸ਼ਨਾਂ ਲਈ ਆਇਆ ਕਰਦਾ ਸੀ। ਔਰੰਗਜ਼ੇਬ ਨੂੰ ਸ਼ੱਕ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਸ਼ਲੋਕ ਇਸਲਾਮ ਦੇ ਵਿਰੁੱਧ ਹਨ। ਇਸ ਗੱਲ ਦੀ ਪੁਸ਼ਟੀ ਕਰਨ ਲਈ ਉਸਨੇ ਆਪ ਜੀ ਨੂੰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ। ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਔਰੰਗਜ਼ੇਬ ਕੋਲ ਭੇਜਿਆ। ਔਰੰਗਜ਼ੇਬ ਨੇ ਆਸਾ ਦੀ ਵਾਰ ਵਿੱਚੋਂ ਇੱਕ ਪੰਕਤੀ ਵੱਲ ਇਸ਼ਾਰਾ ਕਰਦਿਆਂ ਉਸ ਤੋਂ ਪੁੱਛਿਆ ਕਿ ਇਸ ਪੰਕਤੀ ਵਿੱਚ ਮੁਸਲਮਾਨਾਂ ਦੀ ਵਿਰੋਧਤਾ ਕਿਉਂ ਕੀਤੀ ਗਈ ਹੈ। ਇਹ ਪੰਕਤੀ ਸੀ, ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ,
ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ। ਇਸ ਦਾ ਅਰਥ ਸੀ ਮੁਸਲਮਾਨ ਦੀ ਮਿੱਟੀ ਘੁਮਿਆਰ ਦੇ ਭੱਠੇ ਵਿੱਚ ਚਲੀ ਜਾਏਗੀ ਜੋ ਉਸ ਤੋਂ ਬਰਤਨ ਤੇ ਇੱਟਾਂ ਬਣਾਏਗਾ। ਜਿਉਂ-ਜਿਉਂ ਉਹ ਜਲੇਗੀ ਤਿਉਂ-ਤਿਉਂ ਮਿੱਟੀ ਚਿਲਾਏਗੀ। ਔਰੰਗਜ਼ੇਬ ਦੇ ਕ੍ਰੋਧ ਤੋਂ ਬਚਣ ਲਈ ਰਾਮ ਰਾਏ ਨੇ ਕਿਹਾ ਕਿ ਇਸ ਤੁਕ ਵਿੱਚ ਗਲਤੀ ਨਾਲ ਬੇਈਮਾਨ ਸ਼ਬਦ ਦੀ ਥਾਂ ਮੁਸਲਮਾਨ ਸ਼ਬਦ ਲਿਖਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਇਸ ਹੱਤਕ ਕਾਰਨ ਗੁਰੂ ਸਾਹਿਬ ਨੇ ਰਾਮ ਰਾਏ ਨੂੰ ਹਮੇਸ਼ਾ ਲਈ ਗੁਰਗੱਦੀ ਤੋਂ ਬੇਦਖਲ ਕਰ ਦਿੱਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ਗੁਰੂ ਗੱਦੀ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਨੂੰ ਸੌਂਪ ਦਿੱਤੀ। 6 ਅਕਤੂਬਰ 1661 ਨੂੰ ਗੁਰੂ ਹਰ ਰਾਏ ਜੀ ਜੋਤੀ ਜੋਤ ਸਮਾ ਗਏ। ਗੁਰੂ ਹਰ ਰਾਏ ਜੀ ਹਾਲਾਂਕਿ ਛੋਟੀ ਉਮਰ ਵਿੱਚ ਹੀ ਜੋਤੀ ਜੋਤ ਸਮਾ ਗਏ, ਪਰ ਉਹਨਾਂ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ। ਆਪ ਜੀ ਨੇ ਮਾਝੇ, ਦੁਆਬੇ ਅਤੇ ਮਾਲਵੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ। ਆਪ ਜੀ ਨੇ ਸੰਗਤ ਅਤੇ ਪੰਗਤ ਦੀ ਮਰਿਆਦਾ ਨੂੰ ਜ਼ੋਰ ਸ਼ੋਰ ਨਾਲ ਜਾਰੀ ਰੱਖਿਆ। ਆਪ ਜੀ ਦੇ ਦਵਾਖਾਨੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਮੁਫਤ ਇਲਾਜ ਅਤੇ ਸੇਵਾ ਪ੍ਰਦਾਨ ਕੀਤੀ ਜਾਂਦੀ ਸੀ। ਇਸ ਤਰ੍ਹਾਂ ਆਪ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ। ਅਗਲੀ ਵੀਡੀਓ ਲਈ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।